ਵਾਲੀਏ ਕੁਲ ਆਲਮ, ਸ਼ਹਿਨਸ਼ਾਹ ਦੋ ਜਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਅੰਮ੍ਰਿਤਮਈ ਉਪਦੇਸ਼ ਦਰਗਾਹੀ ਫਰਮਾਨ ਬਖਸ਼ਿਸ਼ ਕੀਤਾ ਹੈ। ਸੋ ਆਪ ਸਰਬੱਤ ਸੰਗਤਾਂ ਨੇ ਗੁਰ ਉਪਦੇਸ਼ ਨੂੰ ਗੁਰੂ ਕੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਬੜੇ ਟਿਕਾਓ ਚਾਓ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਸ਼੍ਰਵਣ ਕੀਤਾ ਹੈ। ਆਓ ਮਨੋਂ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ। ਗੁਰ ਉਪਦੇਸ਼ ਨੂੰ ਗੁਰੂ ਰਹਿਮਤ ਸਦਕਾ ਵਿਚਾਰਨ ਦਾ, ਸਮਝਣ ਦਾ, ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਜੀ। ਸੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੋਰਠ ਰਾਗ ਦੀ ਵਾਰ ਅੰਦਰ ਤੀਸਰੇ ਸ਼ਹਿਨਸ਼ਾਹ, ਤੀਸਰੇ ਗੁਰਦੇਵ, ਸੇਵਾ ਸ਼ਾਂਤੀ ਕੇ ਪੁੰਜ ਸਾਹਿਬੇ ਕਮਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 649 ਅਤੇ 50 ਅੰਕ ਦੇ ਵਿਚਕਾਰ ਸੁਭਾਏਮਾਨ ਕੀਤਾ ਹੈ। ਗੁਰੂ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਵਿੱਚ ਕੀ ਬਖਸ਼ਿਸ਼ ਰਹਿਮਤ ਦਾਤ ਪਾ ਰਹੇ ਨੇ। ਆਓ ਸਤਿਗੁਰਾਂ ਦੇ ਮੁਬਾਰਕ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ। ਤੋ ਸਾਹਿਬ ਜੀ ਨੇ ਇਸ ਵਾਰ ਨੂੰ ਸ਼ਲੋਕਾਂ, ਪੌੜੀਆਂ, ਮਹੱਲਿਆਂ ਦੇ ਨਾਲ ਸ਼ਿੰਗਾਰਨਾ ਕੀਤਾ ਹੈ। ਕੀ ਬਖਸ਼ਿਸ਼ ਕਰ ਰਹੇ ਨੇ, ਆਓ ਸਮਝੀਏ ਜੀ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਬ੍ਰਹਮਨ ਦੇ ਨਾਲ ਗੱਲ ਕਰ ਰਹੇ ਨੇ, ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਨੂੰ ਕਹਿਣ ਲੱਗਾ, ਮੇਰੀ ਕੁੱਲ ਉੱਚੀ ਹੈ, ਮੈਂ ਬ੍ਰਾਹਮਣ ਜਾਤੀ ਦਾ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਰਹਿਮਤ ਕਰਕੇ ਸਮਝਾਉਣਾ ਕੀਤਾ, ਕਹਿਣ ਲੱਗੇ, ਤੇਰਾ ਬ੍ਰਹਮ ਪੁਣਾ ਤਾਂ ਸੁਹਾਵਣਾ ਹੈ, ਤੇਰਾ ਬ੍ਰਹਮ ਪੁਣਾ ਤਾਂ ਕਾਇਮ ਹੈ, ਜੇ ਤੂੰ ਇੱਕ ਕਰਤੇ ਉਸ ਬ੍ਰਹਮ ਦੇ ਵਿੱਚ ਅਭੇਦ ਹੋ ਜਾਵੇਂ, ਉਸ ਬ੍ਰਹਮ ਦੇ ਵਿੱਚ ਲੀਨ ਹੋ ਜਾਵੇਂ, ਪਾਰ ਬ੍ਰਹਮ ਦੇ ਵਿੱਚ ਇੱਕਮਿਕ ਹੋ ਜਾਵੇਂ, ਤਾਂ ਤੂੰ ਬ੍ਰਾਹਮਣ ਹੈ। ਨਹੀਂ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਦੁਨੀਆ ਤੇ ਕੋਈ ਐਸਾ ਮਨੁੱਖ ਨਹੀਂ ਜੇ ਰੱਬ ਜੀ ਦੇ ਵਿੱਚ ਲੀਨ ਨਹੀਂ ਹੋਇਆ, ਸੰਸਾਰ ਦੇ ਵਿਕਾਰਾਂ ਦੇ ਵਿੱਚ, ਸੰਸਾਰ ਦੀ ਦਲਦਲ ਵਿੱਚ ਫਸਿਆ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖਿਓ, ਰੱਬ ਦੇ ਨਾਲ ਸਾਂਝ ਨਹੀਂ ਬਣੀ ਸੰਸਾਰਕ ਵਿਕਾਰਾਂ ਵਿੱਚ ਫਸੇ ਹੋਏ ਮਨੁੱਖ ਦਾ। ਕੇਵਲ ਜੰਮਣ ਮਰਨ ਦੀ ਭਰਮਾਈ ਤੋਂ ਬਿਨਾ, ਵਿਕਾਰਾਂ ਤੋਂ ਬਿਨਾ, ਬੁਰੇ ਕੰਮਾਂ ਤੋਂ ਬਿਨਾ ਉਸ ਦੇ ਅੰਦਰ ਹੋਰ ਖਿਆਲ ਨਹੀਂ ਆਉਂਦੇ। ਕਿਉਂਕਿ ਗੁਰੂ ਘਰ ਜਾਣ ਨੂੰ ਅਸੀਂ ਤਿਆਰ ਨਹੀਂ, ਗੁਰੂ ਕੀ ਸੰਗਤ ਵਿੱਚ ਬੈਠਣ ਨੂੰ ਅਸੀਂ ਤਿਆਰ ਨਹੀਂ। ਸਤਿਗੁਰਾਂ ਦੀ ਬਾਣੀ ਸਾਨੂੰ ਗੁਰਮੁਖੋ ਝਿੜਕ ਵੀ ਰਹੀ ਹੈ, ਗੁਰੂ ਸਾਨੂੰ ਪਿਆਰ ਵੀ ਕਰ ਰਿਹਾ ਹੈ। ਮਹਾਰਾਜ ਦੀ ਬਾਣੀ ਸਾਨੂੰ ਗੁਰਮੁਖੋ ਝਿੜਕਾਂ ਵੀ ਦੇ ਰਹੀ ਹੈ। ਮਾਂ ਬਾਪ ਆਪਣੇ ਬੱਚੇ ਨੂੰ ਝਿੜਕਦਾ ਤਾਂ ਹੈ, ਬੱਚਾ ਮਾੜੀ ਕੁਸੰਗਤ ਕਰੇ, ਮਾੜਿਆਂ ਜੀਆਂ ਦਾ ਸੰਗ ਕਰੇ, ਮਾੜਿਆਂ ਦੀ ਸੰਗਤ ਵਿੱਚ ਜਾ ਕੇ ਬੈਠੇ, ਬੁਰੇ ਕੰਮ ਕਰੇਗਾ, ਬੁਰੇ ਰਸਤੇ ਤੁਰੇਗਾ, ਮਾਂ ਪਿਓ ਬੱਚੇ ਨੂੰ ਸਦਾ ਹੀ ਝਿੜਕਣਗੇ। ਕਿਉਂਕਿ ਮਾਂ ਪਿਓ ਨਹੀਂ ਚਾਹੁੰਦਾ ਸਾਡਾ ਬੱਚਾ ਨਸ਼ਿਆਂ ਦੀ ਦਲਦਲ ਵਿੱਚ ਫਸੇ, ਸਾਡਾ ਬੱਚਾ ਬੁਰਿਆਂ ਦੀ ਸੰਗਤ ਵਿੱਚ ਫਸੇ, ਸਾਡਾ ਬੱਚਾ ਬੇਪਤ ਹੋ ਜਾਵੇ, ਸਾਡੇ ਬੱਚੇ ਦੀ ਇੱਜ਼ਤ ਦੁਨੀਆ ਦੇ ਵਿੱਚ ਉੱਡੇ। ਪਾਤਸ਼ਾਹ ਜੀ ਕਹਿਣ ਲੱਗੇ, ਮਾਂ ਪਿਓ ਚਾਹੇਗਾ ਸਾਡਾ ਬੱਚਾ ਸਦਾ ਹੀ ਸਾਡਾ ਨਾਮ ਰੋਸ਼ਨ ਕਰੇ, ਪੜ੍ਹਾਈ ਕਰੇ, ਚੰਗੀ ਮਿਹਨਤ ਕਰੇ, ਸਟੱਡੀ ਕਰੇ, ਦੁਨੀਆ ਦੇ ਵਿੱਚ ਕਾਮਯਾਬ ਹੋਵੇ।
ਤੇ ਗੁਰਮੁਖੋ ਹਰ ਮਾਂ-ਬਾਪ ਇਹ ਚਾਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਾਂ-ਬਾਪ ਨੇ, ਕਿਉਂਕਿ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਗੁਰੂ ਪਾਤਸ਼ਾਹ ਜੀ ਆਪਣੇ ਬੱਚਿਆਂ ਦੀ ਸਾਰ ਲੈਂਦੇ ਨੇ। ਮਹਾਰਾਜ ਬਾਣੀ ਵਿੱਚ ਸਾਨੂੰ ਝਿੜਕਦੇ ਤਾਂ ਨੇ ਕਿਉਂਕਿ ਅਸੀਂ ਬੁਰੇ ਕੰਮਾਂ ਤੋਂ ਤੌਬਾ ਕਰ ਲਈਏ, ਬੁਰੇ ਕੰਮਾਂ ਤੋਂ ਹਟ ਜਾਈਏ। ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ। ਜੇ ਗੁਰੂ ਝਿੜਕਦਾ ਹੈ, ਗੁਰੂ ਨੂੰ ਪਿਆਰ ਕਰਨ ਵਾਲਿਆਂ ਨੂੰ ਮਿੱਠਾ ਲੱਗਦਾ ਹੈ। ਜੇ ਬਖਸ਼ੇ ਤਾਂ ਗੁਰ ਵਡਿਆਈ, ਗੁਰੂ ਜੇ ਦਾਤਾਂ ਬਖਸ਼ਦਾ ਹੈ, ਇਹ ਗੁਰੂ ਕੀ ਵਡਿਆਈ ਹੈ, ਇਹ ਗੁਰੂ का ਸੁਭਾਅ ਹੈ, ਇਹ ਗੁਰੂ की आदत है। ਇਸ ਲਈ ਗੁਰਮੁਖੋ ਗੁਰੂ ਕੀ ਗੋਦ ਵਿੱਚ ਆ ਕੇ ਬੈਠਿਆ ਕਰੀਏ। ਗੁਰੂ ਸਾਨੂੰ ਬ੍ਰਹਮ ਵਿੱਚ ਲੀਨ ਕਰ ਰਿਹਾ ਹੈ, ਕਿਉਂਕਿ ਆਤਮਾ ਪ੍ਰਾਤਮਾ ਇੱਕੋ ਕਰਹਿ। ਸਾਡੀ ਆਤਮਾ ਨੂੰ ਗੁਰੂ ਪ੍ਰਮਾਤਮਾ ਦੇ ਨਾਲ ਜੋੜ ਰਿਹਾ ਹੈ। ਤੇ ਮਹਾਰਾਜ ਕਹਿਣ ਲੱਗੇ, ਜਦੋਂ ਗੁਰੂ ਕੇ ਚਰਨਾਂ ਵਿੱਚ ਆ ਗਿਆ, ਗੁਰੂ ਤੇਰੇ ਅੰਦਰ ਨੂੰ ਧੋ ਕੇ ਤੇਰੇ ਅੰਦਰ ਦੀ ਕਾਲਖ, ਤੇਰੇ ਅੰਦਰ ਦੇ ਵਿਕਾਰ, ਤੇਰੇ ਅੰਦਰ ਦੇ ਭਰਮ, ਤੇਰੇ ਅੰਦਰ ਦੇ ਵਹਿਮ ਵਿਕਾਰ ਗੁਰੂ ਅੰਦਰੇ ਖਤਮ ਕਰ ਦੇਵੇਗਾ। ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਅੰਦਰ ਦੀ ਦੁਬਦਾ, ਅੰਦਰ ਦੇ ਭੈੜੇ ਮਾੜੇ ਫੁਰਨੇ ਗੁਰੂ ਅੰਦਰੇ ਖਤਮ ਕਰ ਦੇਵੇਗਾ। ਇਸ ਲਈ ਗੁਰਮੁਖੋ ਗਿਆਨ ਦੇ ਨਾਲ ਅੰਦਰ ਸੁੱਧ ਹੋਵੇਗਾ, ਗਿਆਨ ਦੇ ਨਾਲ ਮਨ ਉੱਚਾ ਹੋਵੇਗਾ, ਗਿਆਨ ਦੇ ਨਾਲ ਮਤ ਉੱਚੀ ਹੋਵੇਗੀ। ਗੁਰੂ ਨੇ ਇਸੇ ਲਈ ਬਾਣੀ ਵਿੱਚ ਕਿਹਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਿਉਂਕਿ ਗੁਰੂ ਤੋਂ ਬਿਨਾ ਬੰਦੇ ਦੇ ਜੀਵਨ ਅੰਦਰ ਘੁੱਪ ਹਨੇਰਾ ਹੈ। ਗੁਰੂ ਤੋਂ ਬਿਨਾ ਬੰਦੇ ਨੂੰ ਸੋਝੀ ਨਹੀਂ ਆ ਸਕਦੀ, ਗੁਰੂ ਤੋਂ ਬਿਨਾ ਬੰਦੇ ਨੂੰ ਅਕਲ ਨਹੀਂ ਆ ਸਕਦੀ। ਜੇ ਬੱਚਾ ਗੁਰਮੁਖੋ ਸਕੂਲ ਜਾਂਦਾ ਹੈ, ਟੀਚਰ ਤੋਂ ਸਿੱਖਦਾ ਹੈ, ਟੀਚਰ ਬੱਚੇ ਦਾ ਗੁਰੂ ਹੈ, ਉਸ ਨੂੰ ਸਿਖਾਉਂਦਾ ਹੈ, ਪੜ੍ਹਾਉਂਦਾ ਹੈ। ਟੀਚਰ ਤੋਂ ਬਿਨਾ ਬੱਚੇ ਨੂੰ ਸੋਝੀ ਨਹੀਂ ਆਵੇਗੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾ ਸਾਨੂੰ ਆਤਮਿਕ ਗਿਆਨ ਨਹੀਂ ਆਵੇਗਾ। ਗੁਰੂ ਸਾਡੇ ਅੰਦਰ ਆਤਮੇ ਦਾ ਟੀਚਰ ਹੈ। ਗੁਰੂ ਸਾਨੂੰ ਮਾਰਗਦਰਸ਼ਨ ਕਰਦਾ ਹੈ। ਗੁਰੂ ਸਾਨੂੰ ਸੰਸਾਰ ਤੇ ਵੀ ਰਸਤਾ ਦਿਖਾਉਂਦਾ ਹੈ। ਗੁਰੂ ਗੁਰਮੁਖੋ ਸਾਨੂੰ ਆਤਮਿਕ ਤੌਰ ਤੇ ਵੀ ਸਾਨੂੰ ਰਸਤਾ ਦਿਖਾਉਂਦਾ ਹੈ। ਇਸ ਲਈ ਧਰਮ ਦਾ ਅਰਥ ਹੀ ਹੈ ਗੁਰਮੁਖੋ ਰਸਤਾ, ਪੰਥ ਦਾ ਅਰਥ ਹੀ ਹੈ ਰਸਤਾ। ਤੇ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਇਸ ਪੰਥ ਇਸ ਧਰਮ ਦੇ ਰਸਤੇ ਤੇ ਤੁਰਨਾ ਤੂੰ ਆਪਣੇ ਜੀਵਨ ਨੂੰ ਸਵਾਰ ਰਿਹਾ ਹੈ। ਜੇ ਬੰਦੇ ਨੇ ਗੁਰਮੁਖੋ ਧਰਮ ਦਾ ਪਹਿਰਾਵਾ ਪਹਿਨਿਆ, ਧਰਮ ਦਾ ਪਹਿਰਾਵਾ ਪਹਿਨ ਕੇ ਬੰਦਾ ਮਾੜੇ ਕੰਮ ਕਰੇ, ਮਾੜੀ ਬਿਰਤੀ ਰੱਖੇ, ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਬੰਦੇ ਨੇ ਰੱਬ ਨੂੰ ਖਿਡਾਉਣਾ ਜਾਣ ਰਿਹਾ, ਬੰਦਾ ਗੁਰੂ ਦੀ ਪ੍ਰਵਾਹ ਵੀ ਨਹੀਂ ਕਰਦਾ। ਤੇ ਮਹਾਰਾਜ ਕਹਿਣ ਲੱਗੇ, ਬੰਦੇ ਨੇ ਗੁਰੂ ਨੂੰ ਵੀ ਖਿਡਾਉਣਾ ਜਾਣਿਆ, ਰੱਬ ਨੂੰ ਖਿਡਾਉਣਾ ਜਾਣਿਆ, ਮੱਥੇ ਤੇ ਤਿਲਕ ਲਾਉਂਦਾ ਹੈ, ਹੱਥ ਵਿੱਚ ਮਾਲਾ ਪਕੜਦਾ ਹੈ, ਗਲ ਵਿੱਚ ਮਾਲਾ ਪਾਉਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਲੋਕਾਂ ਨੂੰ ਭੇਖ ਦਿਖਾਉਂਦਾ ਹੈ, ਭੇਖ ਦਿਖਾਵੇ ਜਗਤ ਕੋ ਲੋਗਣ ਕੋ ਵਸਕੀਨ। ਲੋਕਾਂ ਨੂੰ ਵਸ ਕਰਨ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਮਹਾਰਾਜ ਕਹਿਣ ਲੱਗੇ, ਇਤਨਾ ਇਸਨੇ ਅਡੰਬਰ ਰਚਿਆ। ਇਸ ਲਈ ਗੁਰੂ ਪਾਤਸ਼ਾਹ ਜੀ ਬ੍ਰਾਹਮਣ ਨੂੰ ਸਮਝਾ ਰਹੇ ਨੇ, ਤੇਰਾ ਬ੍ਰਹਮ ਪੁਣਾ ਤਾਂ ਕਾਇਮ ਹੈ, ਤੂੰ ਬ੍ਰਾਹਮਣ ਤਾਂ ਅਸਲ ਦੇ ਵਿੱਚ ਹੈ ਜੇ ਬ੍ਰਹਮ ਵਿੱਚ ਲੀਨ ਹੋਇਆ ਹੈ। ਜੇ ਉਸ ਕਰਤੇ ਦੇ ਵਿੱਚ ਅਭੇਦ ਹੋ ਗਿਆ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ। ਜੇ ਏਕ ਸ਼ਬਦ ਲਿਵ ਲਾਏ, ਏਕ ਸ਼ਬਦ ਲਿਵ ਲਾਏ, ਇੱਕ ਦੇ ਨਾਲ ਬਿਰਤੀ ਜੋੜ ਲਈ, ਇੱਕ ਦੇ ਨਾਲ ਸੁਰਤੀ ਜੋੜ ਲਈ, ਇੱਕ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਇੱਕ ਸ਼ਬਦ ਵਿੱਚ ਸੁਰਤੀ ਜੁੜੀ ਤੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾ ਲਿਆ। ਮਹਾਰਾਜ ਕਹਿਣ ਲੱਗੇ, ਤੂੰ ਅਸਲੀ ਤਾਂ ਵਿਦਵਾਨ ਹੈ, ਤਾਂ ਬ੍ਰਾਹਮਣ ਹੈ, ਤਾਂ ਤੂੰ ਉਸ ਕਰਤੇ ਦਾ ਜੀਵ ਹੈ ਜੇ ਗੁਰੂ ਦੇ ਨਾਲ ਆਪਣੀ ਸਾਂਝ ਬਣਾਏਗਾ। ਇਸ ਲਈ ਗੁਰਮੁਖੋ ਨਵ ਨਿਧੀ, ਮਹਾਰਾਜ ਕਹਿਣ ਲੱਗੇ, ਜਿਹੜਾ ਗੁਰੂ ਦੇ ਵਿੱਚ ਇਕਮਿਕ ਹੋ ਗਿਆ, ਜਿਹੜਾ ਗੁਰੂ ਦੇ ਵਿੱਚ ਅਭੇਦ ਹੋ ਗਿਆ। ਕਿਉਂਕਿ ਭਾਗਾਂ ਵਾਲਿਓ, ਜੇ ਗੁਰੂ ਪਾਤਸ਼ਾਹ ਜੀ ਬ੍ਰਾਹਮਣ ਕੋਲ ਗਏ, ਉਸ ਨੂੰ ਸਮਝਾ ਦਿੱਤਾ। ਜੇ ਦੁਕਾਨਦਾਰ ਕੋਲ ਗਏ, ਉਸ ਦੀ ਕਿਰਤ ਵਿੱਚੋਂ, ਉਸ ਦੇ ਕੰਮ ਵਿੱਚੋਂ ਉਸ ਨੂੰ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ, ਆਪੇ ਕੰਡਾ ਆਪ ਤਰਾਜੀ, ਆਪੇ ਤੋਲਣਹਾਰਾ,
आप ही ओ कंडा है, आप ही ओ तराजू है, आपे ही तोलन वाला है। महाराज ने जे दुकानदार कोल गए उस दी किरत विचों समझा दिता, किसान कोल गए उस दी किसानी दे विचों उस दे काम विचों समझा दिता। महाराज किसान नूं समझा रहे ने आप ते साहिब जी कह रहे हन, नाम बीज संतोख सुहागा रख गरीबी वेश। एक किसान नूं सतगुरां ने गुरमुखो उपदेश देना कीता, कहन लगे अपने मन रूपी धरती नूं तैयार कर, नाम दा बीज इस दे विच पा दे, ते कहन लगे संतोख दा उपर सुहागा मार दे। ते गुरु पातशाह जी कह रहे हन, गरीबी वेश तो भाव अपने मन नूं सदा निमरता दे विच रख, अपने मन नूं सदा नीवा रख, अपने मन नूं सदा कायम रख, अपनी सुरत उच्ची रख। जे पातशाह जी गुरमुखो व्यापारी दे कोल गए, महाराज कहन लगे व्यापारी दे कोल जाके गुरु पातशाह जी ने व्यापार करना उसनूं सिखाया, व्यापार करन दा ढंग गुरु पातशाह जी ने सिखा दिता। जे गुरमुखो जैसे भी मनुख कोल गए, जे महाराज कौडे राक्ष कोल गए ते गुरमुखो सतगुरां ने उस दी बिरती दे विचों उसनूं अकल दे दित्ती। जे गुरु पातशाह जी सज्जन ठग कोल गए ते गुरमुखो सतगुरां ने उस दी बिरती दे विचों उसनूं समझ दे दित्ती। सज्जन नूं समझा रहे ने, सज्जन सेई नाल मैं। सतगुरां ने सूही राग दे अंदर उत्थे शब्द गुरमुख उच्चारण किया। धन गुरु नानक देव महाराज जी ने जो शब्द उच्चारण किया, पातशाह जी कह रहे हैं, सूही महला पहला, उजल कहना झिलकना, घोटम कालड़ी मस, धोतियां झूठ ना उतरै, जे सौ धोवा तिस, सज्जन सेई नाल मैं, चलदियां नाल चलन जिथे लेखा मंगीऐ, तिथे खड़े दिसन। गुरु पातशाह जी ने गुरमुखो जदों एक पावन शब्द पढ़े, सज्जन नूं बाणी दी इतनी समझ नहीं सी, पर गुरमुखो जितनी क उसनूं समझ आई, सतगुरां दे चरणां दे विच आके ढह पिया। उजल तो भाव सोहना, महाराज कहन लगे उजल तो भाव चमकदार, उजल कहा चमकना। गुरमुखो जदों उजल कहा चिलकना, कहण दा बर्तन वेखण नूं बड़ा सोहना लगदा है, बड़ा सुंदर लगदा है, मन नूं भाउंदा है। बंदा गुरमुखो जदों इस बर्तन दा सेवन करेगा, बर्तन नूं यूज करेगा, बर्तन विच खाना खा के जदों बर्तन नूं मांजेगा, ਉਹ बर्तन ਦੇ ਵਿੱਚੋਂ ਕਹਿਹਾਂ ਦੇ बर्तन ਦੇ ਵਿੱਚੋਂ ਕਹਿਣ ਦਾ ਜੋ बर्तन है उस ਦੇ ਵਿੱਚੋਂ ਕਾਲੀ ਕਾਲੀ ਸ਼ਾਹੀ ਨਿਕਲੇਗੀ। जितना भी बंदा उस ਨੂੰ ਧੋਵੇਗਾ ਗੁਰਮੁਖੋ ਉਸ ਦੀ ਸ਼ਾਹੀ ਬੰਦ नहीं होवेगी, कालख बंद नहीं होवेगी। महाराज ने क्या उजल कहहा झिलकना, घोटम कालड़ी मस, कहन लगे जितना भी तू उसनों घोट घोट के मांजना कर, जितना भी यतन कर उसनों मांजन दा, ਧੋਤਿਆਂ झूठ ना उतरै, ਧੋਣ ਦੇ ਨਾਲ ਉਸ ਦੀ ਕਾਲਖ ਨਹੀਂ ਲੈਣੋਂ ਹਟੇਗੀ। ਜੇ 100 ਧੋਵਾਂ ਤਿਸ ਤੂੰ ਭਾਵੇਂ 100 ਵਾਰ ਉਸ ਬਰਤਨ ਨੂੰ ਧੋ। ਅੱਗੇ ਪਾਤਸ਼ਾਹ ਜੀ ਨੇ ਕਿਹਾ, ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜਿੱਥੇ ਲੇਖਾ ਹੋਵੇਗਾ ਉੱਥੇ ਗੁਰੂ ਨਾਲ ਖੜਾ ਹੋਵੇਗਾ। ਐ ਸੱਜਣਾ ਤੂੰ ਬੁਰੇ ਕੰਮ ਛੱਡ ਦੇ। ਸਤਿਗੁਰਾਂ ਦੇ ਚਰਨਾਂ ਤੇ ਆ ਕੇ ਢਹਿ ਪਿਆ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਜਿਤਨਾ ਧਨ ਤੂੰ ਲੋਕਾਂ ਦੇ ਨਾਲ ਠੱਗੀਆਂ ਕਰਕੇ, ਲੋਕਾਂ ਨੂੰ ਮਾਰ ਕੇ, ਲੋਕਾਂ ਤੇ ਤਸ਼ੱਦਦ ਕਰਕੇ ਕਮਾਇਆ ਹੈ, ਇਹ ਗਰੀਬਾਂ ਲੋੜਵੰਦਾਂ ਦੀ ਮਦਦ ਵਾਸਤੇ ਲਾ ਦੇ, ਇਹ ਗਰੀਬਾਂ ਨੂੰ ਵੰਡਣਾ ਕਰ। ਕਹਿਣ ਲੱਗਾ, ਜਦੋਂ ਗੁਰੂ ਪਾਤਸ਼ਾਹ ਜੀ ਨੇ ਵੰਡ ਛਕਣ ਦਾ ਉਪਦੇਸ਼ ਦੇਣਾ ਕੀਤਾ, ਗੁਰਮੁਖੇ ਸੱਜਣ ਨੇ ਫਿਰ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ। ਸੱਜਣ ਨੇ ਗਰੀਬਾਂ ਲੋੜਵੰਦਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਪਾਤਸ਼ਾਹ ਜੀ ਨੇ ਗੁਰਮੁਖੋ ਵੰਡ ਛਕਣ ਦਾ ਉਪਦੇਸ਼ ਉਸ ਨੂੰ ਵੀ ਦਿੱਤਾ ਹੈ ਜਿਸ ਦੇ ਕੋਲ ਬਹੁਤ ਥੋੜਾ ਹੈ। ਮਹਾਰਾਜ ਪਾਲੀਪੁਰ ਜੋਗੀਆਂ ਦੇ ਕੋਲ ਗਏ, ਸਿੱਧਾਂ ਦੇ ਕੋਲ ਗਏ। ਗੁਰਮੁਖੋ ਸਤਿਗੁਰਾਂ ਜਦ ਗਏ, ਪਾਤਸ਼ਾਹ ਜੀ ਨੇ ਉਪਦੇਸ਼ ਉਹਨਾਂ ਨੂੰ ਵੀ ਵੰਡ ਛਕਣ ਦਾ ਦਿੱਤਾ। ਜੋਗੀ ਗੁਰਮੁਖੋ ਸਤਿਗੁਰਾਂ ਕੋਲ ਇੱਕ ਤਿਲ ਲੈ ਆਏ। ਤਿਲ ਦਾ ਦਾਣਾ ਬਹੁਤ ਛੋਟਾ ਹੁੰਦਾ ਹੈ। ਕਹਿਣ ਲੱਗੇ, ਤੁਸੀਂ ਵੰਡ ਛਕਣ ਦੀ ਗੱਲ ਕਰਦੇ ਹੋ, ਇਸ ਤਿਲ ਨੂੰ ਵੰਡ ਕੇ ਵਿਖਾਓ। ਸਤਿਗੁਰਾਂ ਨੇ ਤਿਲ ਪਕੜਿਆ। ਕਹਿਣ ਲੱਗੇ, ਕੂੰਡਾ ਘੋਟਾ ਲਿਆਓ। ਮਹਾਰਾਜ ਨੇ ਕੂੰਡਾ ਘੋਟਾ ਮੰਗਾਇਆ, ਤਿਲ ਨੂੰ ਕੂੰਡੇ ਦੇ ਵਿੱਚ ਪਾਇਆ, ਤਿਲ ਰਗੜ ਦਿੱਤਾ। ਸਤਿਗੁਰਾਂ ਨੇ ਵਿੱਚ ਪਾਣੀ ਪਾਇਆ। ਮਰਦਾਨਾ ਜੀ ਨੂੰ ਕਿਹਾ, ਜਿਤਨੇ ਜੋਗੀ ਸਿੱਧ ਨੇ ਸਾਰਿਆਂ ਨੂੰ ਛਕਾ ਦਿਓ। ਸਾਰਿਆਂ ਨੂੰ ਛਕਾਇਆ ਤੇ ਗੁਰਮੁਖੋ ਉਹ ਜੋਗੀ ਵੀ ਕਹਿਣ ਲੱਗੇ,
ਧਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਇਸ ਲਈ ਗੁਰਮੁਖੋ ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਭਾਵੇਂ ਤੇਰੇ ਕੋਲ ਬਹੁਤ ਥੋੜਾ ਹੈ, ਉਸ ਦੇ ਵਿੱਚੋਂ ਵੀ ਵੰਡ। ਤੇਰੇ ਕੋਲ ਬਹੁਤ ਜ਼ਿਆਦਾ ਹੈ, ਉਸ ਦੇ ਵਿੱਚੋਂ ਵੀ ਵੰਡ। ਜਿਤਨਾ ਸਮਾਂ ਦਸਵੰਧ ਨਹੀਂ ਕੱਢੇਗਾ, ਚੇਤਾ ਰੱਖੀ ਤੇਰੀ ਕਮਾਈ ਵਿੱਚ ਬਰਕਤ ਨਹੀਂ ਪਵੇਗੀ। ਜਦੋਂ ਦਸਵੰਧ ਕੱਢੇਗਾ ਤੇ ਚੌਗਣਾ ਹੋ ਕੇ ਮਿਲੇਗਾ। ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜੇ ਗੁਰੂ ਕੇ ਚਰਨਾਂ ਵਿੱਚ ਆ ਕੇ ਇੱਕ ਭੇਟਾ ਕਰੇਗਾ, ਗਰੀਬ ਲੋੜਵੰਦ ਦੀ ਮਦਦ ਵਾਸਤੇ ਇੱਕ ਲਾਵੇਂਗਾ, ਗੁਰੂ ਤੈਨੂੰ 4 ਮੋੜੇਗਾ। ਚੇਤਾ ਰੱਖੀ ਜੇ ਇੱਕ ਦੀ ਠੱਗੀ ਮਾਰੇਗਾ ਤੇ 4 ਜਾਣਗੇ ਵੀ। ਜੇ ਗੁਰੂ 4 ਦੇ ਰਿਹਾ ਹੈ ਤੇ ਗੁਰਮੁਖੋ ਠੱਗੀਆਂ ਕਰਕੇ ਨਾਲ 4 ਜਾਣਗੇ ਵੀ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਵੰਡ ਛਕਣ ਦੀ ਬਿਰਤੀ ਨੂੰ ਗੁਰੂ ਤੋਂ ਸਿੱਖਣਾ ਕਰ। ਤੇ ਜਿਸ ਨੇ ਗੁਰੂ ਕੇ ਨਾਮ ਨੂੰ ਜਪਿਆ, ਗੁਰੂ ਕੀ ਸਿੱਖਿਆ ਲੈ ਲੈ। ਮਹਾਰਾਜ ਕਹਿਣ ਲੱਗੇ, ਰਿੱਧੀਆਂ ਸਿੱਧੀਆਂ ਮਗਰ ਮਗਰ ਭਜਦੀਆਂ ਨੇ, ਪਦਾਰਥ ਮਗਰ ਮਗਰ ਭਜਦੇ ਨੇ। ਜਿਸ ਨੇ ਗੁਰੂ ਨੂੰ ਮੰਗ ਲਿਆ, ਜਿਸ ਨੇ ਸੁਰਤੀ ਗੁਰੂ ਵਿੱਚ ਜੋੜ ਲਈ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ। ਮਹਾਰਾਜ ਇਹ ਰਿੱਧੀਆਂ ਸਿੱਧੀਆਂ ਕਿਸ ਦੇ ਪਿੱਛੇ ਲੱਗਦੀਆਂ ਨੇ, ਪਦਾਰਥ ਕਿਸ ਦੇ ਪੈਰਾਂ ਵਿੱਚ ਰੁਲਦੇ ਨੇ। ਸਤਿਗੁਰਾਂ ਨੇ ਜਵਾਬ ਦਿੱਤਾ, ਜੋ ਹਰ ਹਿਰਦੈ ਸਦਾ ਵਸਾਏ। ਜਿਸ ਬੰਦੇ ਨੇ ਹਰ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ। ਤੇ ਸਤਿਗੁਰੂ ਜੀ ਅੱਗੇ ਸਮਝਾ ਰਹੇ ਨੇ, ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ। ਸਤਿਗੁਰੂ ਤੋਂ ਬਿਨਾ ਨਾਮ ਦੀ ਸੋਝੀ ਨਹੀਂ ਹੋਵੇਗੀ, ਸਤਿਗੁਰੂ ਤੋਂ ਬਿਨਾ ਗਿਆਨ ਨਹੀਂ ਆਵੇਗਾ, ਸਤਿਗੁਰੂ ਤੋਂ ਬਿਨਾ ਸਮਝ ਨਹੀਂ ਆਵੇਗੀ। ਇਸ ਲਈ ਬਿਨ ਸਤਿਗੁਰ ਨਾਉ ਨਾ ਪਾਈਐ, ਬਿਨਾ ਗੁਰੂ ਤੋਂ ਗੁਰਮੁਖੋ ਗਿਆਨ ਨਹੀਂ ਆ ਸਕਦਾ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਬੂਝੋ ਕਰ ਵਿਚਾਰ। ਜਦੋਂ ਗੁਰੂ ਕੇ ਹੁਕਮ ਨੂੰ ਬੂਝੋ ਤੋਂ ਭਾਵ ਜਦੋਂ ਹੁਕਮ ਨੂੰ ਸਮਝੇਗਾ, ਕਰ ਵਿਚਾਰ ਹੁਕਮ ਨੂੰ ਸਮਝ ਕੇ ਉਸ ਦੀ ਵਿਚਾਰਧਾਰਾ ਵਿੱਚ ਆਵੇਂਗਾ। ਜਦੋਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਲਾਗੂ ਕਰੇਗਾ, ਨਾਨਕ ਪੂਰੇ ਭਾਗ। ਪਾਤਸ਼ਾਹ ਜੀ ਕਹਿ ਰਹੇ ਹਨ, ਫਿਰ ਉਸ ਦੇ ਭਾਗ ਵੱਡੇ ਬਣ ਜਾਣਗੇ। ਗੁਰੂ ਉਸ ਨੂੰ ਪੂਰਾ ਅਧੂਰਿਆਂ ਤੋਂ ਪੂਰਾ ਕਰ ਦੇਵੇਗਾ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਫਿਰ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ। ਸੁਖ ਪਾਏ ਜੁਗ 4, ਫਿਰ 4 ਯੁੱਗਾਂ ਦੇ ਸੁਖ ਤੈਨੂੰ ਇਸ ਜੀਵਨ ਵਿੱਚ ਮਿਲ ਜਾਣਗੇ। ਮਹਾਰਾਜ ਗੁਰਮੁਖੋ 4 ਯੁੱਗਾਂ ਦੇ ਸੁਖ ਸਾਨੂੰ ਇਸੇ ਜੀਵਨ ਵਿੱਚ ਦੇ ਰਿਹਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਸਿਮਰਨ ਕਰਨਾ ਸ਼ੁਰੂ ਕਰ। 68 ਤੀਰਥਾਂ ਦਾ ਇਸ਼ਨਾਨ ਤੈਨੂੰ ਘਰ ਬੈਠੇ ਨੂੰ ਹੋਵੇਗਾ। 68 ਤੀਰਥਾਂ ਦਾ ਪੁੰਨ ਤੈਨੂੰ ਘਰ ਬੈਠੇ ਨੂੰ ਮਿਲੇਗਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਤਿਗੁਰਾਂ ਨੇ ਇਸ ਦੇ ਵਿੱਚੋਂ ਜਵਾਬ ਵੀ ਦੇ ਦਿੱਤਾ, ਜਦੋਂ ਜੀਵਾਂ ਤੇ ਲੋੜਵੰਦਾਂ ਤੇ ਗਰੀਬਾਂ ਤੇ ਦਇਆ ਕਰੇਗਾ ਤੇ ਗਰੀਬਾਂ ਲੋੜਵੰਦਾਂ ਦੀ ਮਦਦ ਕਰੇਗਾ। 68 ਤੀਰਥਾਂ ਦਾ ਇਸ਼ਨਾਨ ਗਰੀਬ ਦੀ ਮਦਦ ਦੇ ਵਿੱਚੋਂ ਹੋ ਜਾਂਦਾ ਹੈ। ਇਸ ਲਈ ਭਾਗਾਂ ਵਾਲਿਓ, ਗੁਰੂ ਕੀ ਸੰਗਤ ਕਰਿਆ ਕਰੀਏ, ਗੁਰ ਹੁਕਮ ਨੂੰ ਸਮਝੀਏ, ਗੁਰੂ ਕੇ